ਵੀ ਵਿਦਆਊਟ ਰਿਪੀਲ ਕੋਈ ਸਾਡਾ ਇਹਦੇ ਤੋਂ ਪਿੱਛੇ ਹਟਣ ਦਾ ਇਰਾਦਾ ਨਹੀਂ ਹੈ ਤੇ ਪੱਕੇ ਤੌਰ ਤੇ ਰਿਪੀਲ ਤੌਰ ਤੇ ਆਈ ਹੈ। ਤਾਂ ਹੀ ਇਹ ਅੰਦੋਲਨ ਐਡਾ ਵੱਡੇ ਤੌਰ ਤੇ ਹੋਇਆ। ਇੱਕ ਕਿਸਾਨ ਆਪਣੇ ਮੂਵਮੈਂਟ ਲੈ ਕੇ ਆਇਆ। ਸਰਕਾਰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ, ਉਹਦੇ ਵਿੱਚ ਹੁਣ ਆਪਣੇ ਬੜੇ ਸਵਾਲ ਨੇ ਵੀ ਕੀ ਪਤਾ ਪੋਲੀਟੀਕਲ ਗੱਲ ਨਹੀਂ ਲੱਗ ਰਹੀ ਮੈਨੂੰ, ਪੋਲੀਟਿਕਸ ਤੋਂ ਉੱਪਰ ਲੱਗ ਰਹੀ ਹੈ ਵੀ ਜਿਵੇਂ ਵੱਡੇ ਕਿਤੇ ਵਰਲਡ ਲੈਵਲ ਕਾਰਪੋਰੇਟ ਘਰਾਣਿਆਂ ਦਾ ਹੀ ਕੋਈ ਇਹੋ ਜਿਹਾ ਦਬਾਅ ਲੱਗ ਰਿਹਾ ਜਿੱਥੇ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ। ਨਹੀਂ ਤਾਂ ਆਪ ਦੇ ਲੋਕਾਂ ਲਈ ਕੋਈ ਸਰਕਾਰ ਡੈਮੋਕ੍ਰੇਸੀ ਦੇ ਵਿੱਚ ਇੰਨਾ ਧੱਕਾ ਨਹੀਂ ਕਰਦੀ ਵੀ 60 ਦਿਨ ਦੇ ਨੇੜੇ ਹੋ ਚੱਲੇ। ਅਸੀਂ ਹੁਣ 26 ਨੂੰ ਅਸੀਂ ਆ ਕੇ 60 ਦਿਨ ਹੋ ਜਾਣੇ ਆ ਪੂਰੇ, ਤੇ 56 ਦਿਨ ਇੱਥੇ ਹੋ ਗਏ, 60 ਦਿਨ ਪਿੱਛੇ ਲਾ ਲਿਆ ਤੇ ਜਾ ਕੇ ਸਰਕਾਰ ਗੱਲ ਤੇ ਨਹੀਂ ਆ ਰਹੀ। ਕੋਈ ਗੱਲ ਦਾ ਨਤੀਜਾ ਨਹੀਂ ਕਿ ਬੇਸਿੱਟਾ ਮੀਟਿੰਗਾਂ ਰਹਿ ਰਹੀਆਂ ਨੇ, ਨੈਸ਼ਨਲ ਲੈਵਲ ਮੀਟਿੰਗ ਹੋ ਰਹੀ ਹੈ ਤੇ ਉਹਨੂੰ ਬੇਸਿੱਟਾ ਰਹਿਣ ਦਾ ਮਤਲਬ ਕੀ ਹੈ? ਕਾਦੀਆਂ ਸਾਹਿਬ, ਅੱਜ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਮੁੱਦੇ ਨੂੰ ਲੈ ਕੇ ਇੰਨੀਆਂ ਮੀਟਿੰਗਾਂ ਹੋਈਆਂ ਹੋਣ ਜਿਹੜੀ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਜੋ ਸਾਡੇ ਦੌਰ ਦੇ ਵਿੱਚ ਹੋ ਰਹੀਆਂ ਕਿ ਅੱਜ ਅਸੀਂ 10ਵੀਂ ਮੀਟਿੰਗ ਕਰਨ ਜਾ ਰਹੇ ਹਾਂ ਔਰ ਰਸਮੀ ਤੌਰ ਤੇ 10ਵੀਂ ਮੀਟਿੰਗ ਹੈ। ਵੈਸੇ ਜੇਕਰ ਅਸੀਂ ਇੱਕ ਗੈਰ ਰਸਮੀ ਮੁਲਾਕਾਤ ਜੋ ਅਮਿਤ ਸ਼ਾਹ ਨਾਲ ਹੋਈ ਸੀ ਉਹਨੂੰ ਗਿਣ ਲਈਏ ਤਾਂ ਅੱਜ ਦੀ ਮੁਲਾਕਾਤ 11ਵੀਂ ਮੁਲਾਕਾਤ ਹੋਣ ਜਾ ਰਹੀ ਹੈ। ਇੱਕ ਵਾਰੀ ਤੁਸੀਂ ਵੀ ਆਪਣੇ ਵੱਲੋਂ ਕਲੀਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਭੁਲੇਖਾ ਹੋਏਗਾ ਵੀ ਜੀ ਸਰਕਾਰ ਕਹਿ ਰਹੀ ਹੈ ਸੋਧਾਂ ਕਰ ਦਿੰਦੇ ਆ, ਸਰਕਾਰ ਕਹਿ ਰਹੀ ਹੈ ਕਿ ਜੀ ਜੋ ਸੋਧ ਕਰਾਉਣੀ ਉਹ ਕਰਵਾ ਦਿੰਦੇ ਆ, ਪਰ ਕਿਸਾਨ ਇਸ ਗੱਲ ਨੂੰ ਲੈ ਕੇ ਕਿਉਂ ਅੜੇ ਨੇ ਕਿ ਰਿਪੀਲ ਹੀ ਕਰਾਉਣਾ। ਇੱਕ ਵਾਰੀ ਤੁਸੀਂ ਆਪਣੇ ਲੈਵਲ ਤੇ ਜ਼ਰੂਰ ਲੋਕਾਂ ਨੂੰ ਇਹ ਗੱਲ ਦੱਸ ਦਿਓ ਕਿ ਕੀ ਕਾਰਨ ਹੈ ਜਿਹਦੇ ਕਰਕੇ ਕਿਸਾਨ ਚਾਹੁੰਦੇ ਨੇ ਕਿ ਬਿੱਲਾਂ ਨੂੰ ਰੱਦ ਹੀ ਕੀਤਾ ਜਾਵੇ, ਸੋਧਾਂ ਤੇ ਨਹੀਂ ਮੰਨਿਆ ਜਾ ਸਕਦਾ। ਦੇਖੋ ਜਿਹੜੇ ਦੋ ਬਿੱਲ ਨੇ ਕੰਟਰੈਕਟ ਫਾਰਮਿੰਗ ਤੇ ਇਹ ਡਾਇਰੈਕਟ ਮੰਡੀ, ਇਹ ਸਟੇਟ ਮੈਟਰ ਆ, ਸਟੇਟਸ ਨੇ ਬਣਾਉਣਾ ਚਾਹੀਦੇ ਆ। ਫੰਡਾਮੈਂਟਲ ਰਾਈਟਸ ਦੇ ਵਿੱਚ ਕੰਟਰੀਟ ਲਿਸਟ 'ਚ ਸਟੇਟ ਲਿਸਟ 'ਚ ਲਿਖਿਆ ਹੋਇਆ, ਇਸ ਕਰਕੇ ਸਟੇਟ ਲਿਸਟ ਦੇ ਤੌਰ ਤੇ ਉਹਨਾਂ ਨੂੰ ਸਟੇਟਸ ਨੂੰ ਬਣਾਉਣਾ ਚਾਹੀਦਾ। ਜਦੋਂ ਸੰਵਿਧਾਨ ਲਿਖਿਆ ਗਿਆ ਉਦੋਂ ਬਹੁਤ ਪੜਤਾਲ ਕਰਨ ਤੋਂ ਬਾਅਦ ਲਿਖਿਆ ਗਿਆ ਹੋਣਾ ਨਾ ਵੀ ਸਟੇਟਸ ਨੂੰ ਅਧਿਕਾਰ ਦਿੱਤਾ ਜਾਵੇ, ਕਿਉਂਕਿ ਜਗਰਾਫੀਕਲੀ ਅਲੱਗ-ਅਲੱਗ ਆ ਸਟੇਟਸ, ਜਗਰਾਫੀਕਲੀ ਅਲੱਗ-ਅਲੱਗ ਹੋਣ ਖਾਤਰ ਉਹ ਆਪਣੇ ਸਟੇਟਸ ਆਪਣੀਆਂ ਐਗਰੀਕਲਚਰ ਦੀਆਂ ਕੀ ਉੱਥੋਂ ਤਿਆਰ ਹੋਊਗਾ, ਕੀ ਇਹ ਵਿਕੂਗਾ, ਉਹ ਮਾਰਕੀਟਿੰਗ ਤੇ ਐਗਰੀਕਲਚਰ ਇਹ ਉਹਨਾਂ ਦਾ ਹੈਗਾ। ਟ੍ਰੇਡ ਸਬਜੈਕਟ ਸੈਂਟਰ ਕੋਲ ਆ, ਉਦੋਂ ਬਾਅਦ ਟ੍ਰੇਡ ਕਰਨਾ, ਜਿੱਥੇ ਲੈ ਕੇ ਜਾਣਾ, ਕਿਵੇਂ ਵੇਚਣਾ, ਉਹ ਸੈਂਟਰ ਨੇ ਦੇਖਣਾ। ਸਟੇਟ ਦੇ ਅਧਿਕਾਰ ਸਟੇਟ ਕੋਲ ਰਹਿਣ ਦਿਓ। ਹਰ ਸਟੇਟ ਦਾ ਅਲੱਗ-ਅਲੱਗ ਜਗਰਾਫੀਕਲ ਪਾਰਟਸ ਨਾ, ਤੇ ਉਹ ਇੰਨਾ ਡਿਪੈਂਡੇਬਲ ਨੇ ਉਹ ਲਾਅ ਦੇ ਉੱਤੇ ਵੀ ਉਹ ਆਪਣੇ ਅਸੈਂਬਲੀ ਬਣਦੀ ਹੈ। ਫਿਰ ਅਸੈਂਬਲੀ ਦਾ ਇੰਪੋਰਟੈਂਸ ਕੀ ਰਹਿ ਜਾਊਗੀ? ਇੱਕ ਤੁਸੀਂ ਚੀਫ ਮਿਨਿਸਟਰ ਨੂੰ ਕਲਰਕ ਬਣਾਉਣਾ ਚਾਹੁੰਦੇ ਹੋ, ਐਜੂਕੇਸ਼ਨ ਪਹਿਲਾਂ ਲੈ ਲਈ, ਮੈਡੀਕਲ ਫੈਸਿਲਿਟੀਜ਼ ਪਹਿਲਾਂ ਲੈ ਲਈਆਂ, ਸਾਰੇ ਪ੍ਰਾਈਵੇਟਾਈਜੇਸ਼ਨ ਕਰੀ ਜਾ ਰਹੇ ਹੋ ਤੁਸੀਂ। ਉਹ ਇੱਕ ਚੀਜ਼ ਜਿਹੜੀ ਸਟੇਟ ਗੌਰਮੈਂਟ ਕੋਲ ਹੈਗੀ ਆ ਉਹਨਾਂ ਨੂੰ ਸੰਭਾਲ ਲੈਣ ਦਿਓ, ਕਿਉਂਕਿ ਐਗਰੀਕਲਚਰ 65% ਤੋਂ ਉੱਪਰ ਡਿਪੈਂਡੇਬਲ ਆ। ਜਿਹੜੇ ਡਾਇਰੈਕਟਲੀ ਡਿਪੈਂਡ ਨੇ 65% ਕਿਸਾਨ ਨੇ, 10-15% ਡਾਇਰੈਕਟਲੀ ਇਨਵੋਲਵਡ ਇੰਡਸਟਰੀ ਆ ਜਿਹੜੀ ਰॉ ਮਟੀਰੀਅਲ ਆ ਜਿਹੜਾ ਇਹ ਖਾਣਾ ਤੇ ਸਪਲਾਈ ਦਾ ਰਹਿਣਾ। ਇਸ ਕਰਕੇ ਉਹਨੂੰ ਮਤਲਬ ਤੁਸੀਂ ਲੈ ਕੇ ਜਾਣਾ, ਉਹਦੇ 'ਚ ਦਖਲ ਦੇਣਾ, ਇਹ ਵੱਡੀ ਗੱਲ ਹੈ। ਇਹ ਆਪਾਂ ਮੈਂ ਤੁਹਾਨੂੰ ਥੋੜ੍ਹੇ ਜਿਹੇ ਵਰਡ ਤਾਂ ਦੱਸੀ ਹੈ ਵੀ ਇਹ ਨਹੀਂ ਦੇਣਾ ਚਾਹੁੰਦੇ ਵੀ ਸਟੇਟਸ, ਹਰ ਸਟੇਟਸ, ਮੈਂ ਕਹਿੰਦਾ ਸਿੱਕਮ ਆਪਣਾ ਲੱਭੇ, ਕੇਰਲਾ ਆਪਣਾ ਲੱਭੇ, ਕਰਨਾਟਕਾ ਆਪਣਾ ਲੱਗੇ, ਰਾਜਸਥਾਨ ਦੀ ਅਲੱਗ ਕੰਡੀਸ਼ਨ ਆ, ਮਹਾਰਾਸ਼ਟਰ ਦੀ ਅਲੱਗ ਕੰਡੀਸ਼ਨ ਆ, ਯੂਪੀ ਦੀ ਅਲੱਗ ਕੰਡੀਸ਼ਨ ਆ। ਚਲੋ ਹਰਿਆਣਾ ਪੰਜਾਬ ਨੂੰ ਆਪਾਂ ਇੱਕ ਲਾ ਲੈਂਦੇ ਆ ਵੀ ਨਾਰਥ ਇੱਧਰ ਇੱਕ ਤਰ੍ਹਾਂ ਦਾ। ਯੂਪੀ ਦੀ ਆਪਣੇ ਬਹੁਤ ਵੱਡਾ ਵਾਸਟ ਏਰੀਆ ਵਾ, ਕਈ ਫਸਲਾਂ ਉੱਤੇ ਲੱਗਦੀਆਂ, ਕਹਿੰਦੇ ਕਿਵੇਂ ਕਿਹੜੇ ਏਰੀਏ 'ਚ ਕਿਹੜੀ ਚੀਜ਼ ਲਾਉਣੀ ਹੈ, ਕਿਹੜੀ ਕੱਢਣੀ ਹੈ, ਤਾਂ ਉਹ ਸਟੇਟ ਅਫੇਅਰ ਰਹਿਣ ਦਿਓ ਉਹਨਾਂ ਨੂੰ। ਐਗਰੀਕਲਚਰ ਤੇ ਮਾਰਕੀਟਿੰਗ ਇਹ ਜਿੱਦਾਂ ਕੋਈ ਇੱਕ ਤਰ੍ਹਾਂ ਦੀ ਗੱਲਬਾਤ ਜਿਹੜੀ ਤੁਸੀਂ ਚੀਜ਼ ਦਾ ਜ਼ਿਕਰ ਕਰ ਰਹੇ ਹੋ ਕਿ ਜਿਹੜਾ 2 ਕਾਨੂੰਨ ਪਾਸ ਕੀਤੇ ਨੇ ਉਹ ਸਟੇਟ ਦੇ ਸਬਜੈਕਟ ਨੇ ਪਰ ਸੈਂਟਰ ਨੇ ਕਾਨੂੰਨ ਬਣਾਤੇ। ਕਿਤੇ ਨਾ ਕਿਤੇ ਇੱਕ ਗੱਲ ਆ ਰਹੀ ਸੀ ਅੰਦਰੋਂ ਕਿ ਜਿਹੜੀ ਅਧਿਕਾਰ ਨੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦਾ ਉਹ ਆਪਾਂ ਸੈਂਟਰ ਦੀ ਬਜਾਏ ਸਟੇਟ ਤੇ ਛੱਡ ਦਿੰਦੇ ਆ। ਜੇਕਰ ਕੁਝ ਐਦਾਂ ਦਾ ਪ੍ਰਪੋਜ਼ਲ ਆਉਂਦਾ ਹੈਗਾ ਕਿ ਜਿਹੜੇ ਇਹ ਕਾਨੂੰਨ ਨੇ ਇਹਨਾਂ ਦਾ ਜਿਹੜਾ ਲਾਗੂ ਕਰਨਾ ਜਾਂ ਨਹੀਂ ਕਰਨਾ, ਇਸ ਦਾ ਪ੍ਰਪੋਜ਼ਲ ਆਪਾਂ ਸਟੇਟ ਤੇ ਛੱਡ ਦਿੰਦੇ ਕਿ ਸਟੇਟ ਡਿਸਾਈਡ ਕਰੇਗਾ ਕਿ ਇਹ ਕਾਨੂੰਨ ਅਸੀਂ ਲਾਗੂ ਕਰ ਰਹੇ ਨਹੀਂ ਕਰ ਰਹੇ, ਤਾਂ ਕਿਸਾਨ ਜਥੇਬੰਦੀਆਂ ਦਾ ਕੀ ਰੁਖ ਰਹਿਣ ਵਾਲਾ? ਮੈਂ ਪਰਸਨਲੀ ਤੌਰ ਤੇ ਨਹੀਂ, ਮੈਂ ਇੱਕ ਸੰਯੁਕਤ ਦੇ ਤੌਰ ਤੇ ਕੀ ਹੋ ਸਕਦਾ ਔਰ ਪਰਸਨਲ ਤੌਰ ਤੇ ਤੁਹਾਡਾ ਕੀ ਵਿਚਾਰ ਹੈ? ਪਰਸਨਲ ਤੇ ਸੰਯੁਕਤ ਵੀ ਹੁਣ ਤਾਂ ਅਸੀਂ ਇੰਨੇ ਕੋਲ ਮਿਲ ਗਏ ਆ ਵੀ ਸੰਯੁਕਤ ਤੇ ਪਰਸਨਲ ਇਕੱਠੇ ਰਲ ਚੁੱਕੇ ਆ। ਬਿਆਨ ਉਸ ਤੋਂ ਬਾਹਰ ਨਹੀਂ ਜਾ ਰਹੇ। ਜਿਹੜੀ ਆਈਡੀਓਲੋਜੀ ਅਸੀਂ ਤਿਆਰ ਕਰ ਰਹੇ ਆ ਉਹਦੇ ਵਿੱਚ ਹੀ ਰਹਿੰਦੇ ਆ। ਪਰਸਨਲ ਉਹਦੇ 'ਚ ਕੋਈ ਮੈਟਰ ਨਹੀਂ ਕਰਦਾ। ਹੁਣ ਪਹਿਲੀ ਗੱਲ ਇਹ ਆ ਵੀ ਸਟੇਟ ਸੈਂਟਰ ਬਣਾ ਕੇ ਦੱਸੂਗੀ ਕਾਨੂੰਨ ਵੀ ਆਹ ਕਰ, ਆਹ ਚੱਕ, ਇਹ ਲਾਗੂ ਕਰ। ਲਾਗੂ ਕਰਨਾ ਜਾਂ ਨਾ ਕਰਨਾ ਤੇਰੀ ਮਰਜ਼ੀ ਆ, ਇਹੀ ਕਹਿ ਰਹੇ ਹੋ ਸਟੇਟ ਦਾ। ਕਿਉਂ? ਸਟੇਟ ਆਪਣੀ ਜਗਰਾਫੀਕਲ ਕੰਡੀਸ਼ਨ ਦੇਖ ਕੇ ਆਪ ਕਾਨੂੰਨ ਬਣਾਊਗਾ, ਉਹੀ ਲਾਗੂ ਕਰੂਗਾ ਉੱਥੇ, ਆਹੀ ਕਹਿ ਰਹੇ। ਇੱਕ ਸਿੰਪਲ ਭਾਸ਼ਾ 'ਚ ਸਟੇਟ ਵੱਲੋਂ ਬਣਾਏ ਹੋਏ, ਸੈਂਟਰਲ ਵੱਲੋਂ ਬਣਾਏ ਹੋਏ ਕਾਨੂੰਨ ਸਾਨੂੰ ਨਾ ਮਨਜ਼ੂਰ ਨੇ। ਰਿਪੀਲ ਤਾਂ ਕਰਾਉਣਾ ਚਾਹੁੰਦੇ ਹਾਂ, ਸਟੇਟ ਬਣਾਵੇ, ਸਟੇਟ ਹੀ ਆਪਣਾ ਲਾਗੂ ਕਰੇ ਆਪਣੇ ਹਿਸਾਬ ਨਾਲ ਨਵੇਂ ਬਣਾ ਕੇ। ਇਹ ਇਹਨਾਂ ਦੇ ਬਣਾਏ ਹੋਏ ਨਕਸ਼ਿਆਂ 'ਚ ਸਟੇਟ ਨੇ ਨਹੀਂ ਚੱਲਣਾ, ਕਿਉਂਕਿ ਇਹਨਾਂ ਨੇ ਇੱਕ ਫਾਰਮ ਬਣਾਤਾ, ਯੂਨੀਫਾਰਮ ਬਣ ਗਈ ਸਮਝ ਲਓ। ਪੂਰੇ ਇੰਡੀਆ 'ਚ ਲਾਗੂ ਕਰਨਾ ਚਾਹੁੰਦੇ ਹੋ, ਕਿਵੇਂ ਲਾਗੂ ਹੋ ਸਕਦੀ ਹੈ? ਸਾਰੇ ਇੰਡੀਆ 'ਚ ਫਿਰ ਇੱਕ ਫਸਲ ਲਗਾ ਕੇ ਦਿਖਾ ਦੇਣ। ਚਲੋ ਤੁਹਾਡੀ ਗੱਲ ਮੈਂ ਮੰਨ ਲੈਂਦਾ, ਆਪਾਂ ਸੈਂਟਰ ਦੀ ਗੱਲ ਮੰਨਦੇ, ਇਹਨਾਂ ਨੇ ਕਾਨੂੰਨ ਬਣਾਇਆ, ਸਾਰੀ ਕੰਟਰੀ ਲਈ ਬਣਾ ਲਿਆ ਨਾ। ਫਿਰ ਸੇਬ ਦਾ ਬਾਗ ਲਾਉਣ ਕੇਰਲਾ ਦੇ ਵਿੱਚ,
ਮਸਾਲੇ ਕਰਨ ਉੱਪਰ ਤਿਆਰ ਕਰ ਲੈਣ, ਫਿਰ ਚਾਹ ਪੱਤੀ ਲਾਉਣ ਇੱਥੇ ਪੰਜਾਬ ਚ ਆ ਕੇ ਲਾ ਲੈਂਦੇ ਆ। ਫਿਰ ਉਹ ਜੇ ਉਹ ਨਹੀਂ ਫਸਲ ਲੱਗਦੀ ਹੈ, ਸਮਝ ਨਹੀਂ ਆ ਰਹੀ ਇਹਨਾਂ ਨੂੰ, ਨਿੱਕੀ ਜੀ ਗੱਲ। ਫਸਲਾਂ ਸਟੇਟ ਦੀਆਂ ਅਲੱਗ ਜਿਓਗ੍ਰਾਫੀਕਲ ਜਗ੍ਹਾ ਨੇ, ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਚੀਜ਼ ਉਗਣੀ ਆ, ਤੇ ਫਿਰ ਕਾਨੂੰਨ ਵੀ ਉਹਦੇ ਅਲੱਗ-ਅਲੱਗ ਹੀ ਬਣਨਗੇ ਨਾ। ਸਟੇਟ ਹੀ ਦੇਖੂਗੀ ਨਾ ਆਪਦਾ ਕਾਨੂੰਨ। ਇਸ ਕਰਕੇ ਇਹਨਾਂ ਦਾ ਬਣਾਇਆ ਹੋਇਆ ਕਾਨੂੰਨ ਅਲੱਗ-ਅਲੱਗ ਸਟੇਟ 'ਚ ਨਹੀਂ ਚੱਲ ਸਕਦਾ। ਕਿਸੇ ਸਟੇਟ 'ਚ ਇਹਨਾਂ ਦਾ ਕਾਨੂੰਨ ਫਿੱਟ ਹੋ ਸਕਦਾ, ਕਿਸੇ ਸਟੇਟ 'ਚ ਨਹੀਂ ਫਿੱਟ ਹੋ ਸਕਦਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਪਰ ਚੱਲ ਨਹੀਂ ਸਕਦਾ। ਜਿਓਗ੍ਰਾਫੀਕਲ ਅਲੱਗ-ਅਲੱਗ ਫਸਲਾਂ ਅਲੱਗ-ਅਲੱਗ ਨੇ। ਐਗਰੀਕਲਚਰ ਸਟੇਟ ਮੈਟਰ ਲਿਖਿਆ ਸੀ, ਕਿਸੇ ਗੱਲ ਖਾਤਰ ਲਿਖਿਆ ਸੀ, ਚੰਗੇ ਬੰਦੇ ਨੇ ਲਿਖਿਆ ਸੀ। ਅਸੀਂ ਸਲਾਮ ਕਰਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਸਾਨੂੰ ਇਹ ਹੱਕ ਦਿੱਤਾ ਸੀ, ਤੇ ਅੱਜ ਉਹ ਹੱਕ ਵਾਸਤੇ ਅਸੀਂ ਲੜ ਰਹੇ ਹਾਂ। ਐਡੀ ਲੰਬਾ ਜਿਹੜਾ ਸੰਘਰਸ਼ ਆ ਉਹ ਤਾਂ ਆ ਵੀ ਸਟੇਟ ਮੈਟਰ ਰਹਿਣ ਦਿਓ ਇਹਨੂੰ। ਆਹੀ ਗੱਲ ਕਹਿ ਰਹੇ ਹਾਂ, ਜਿੱਦ ਨਾ ਕਰਨ। ਇੱਕ ਭਾਸ਼ਾ, ਉਹ ਗੱਲਾਂ ਮੈਂ ਕਹਿਣਾ ਨਹੀਂ ਚਾਹੁੰਦਾ, ਸਾਡਾ ਮੈਟਰ ਨਹੀਂ ਉਹ। ਇੱਕ ਭਾਸ਼ਾ ਇੱਕ ਦੇਸ਼ ਜਾਂ ਕੁਝ ਵੀ, ਉਹ ਚੀਜ਼ਾਂ ਲਾਗੂ ਨਹੀਂ ਹੋ ਸਕਦੀਆਂ। ਵਿਭਿੰਨਤਾ 'ਚ ਭਿੰਨਤਾ, ਇਹ ਆਪਣੀ ਖੂਬੀ ਆ ਇੰਡੀਆ ਦੀ। ਚੰਗੀ ਚੀਜ਼ ਆ, ਲੋਕੀ ਪਸੰਦ ਕਰਦੇ ਆ। ਇੱਕ ਦੂਜੇ ਦੀ ਭਾਸ਼ਾ ਦੀ ਰਿਸਪੈਕਟ ਕਰਦੇ ਆ ਅਸੀਂ, ਤਾਂ ਇੱਕ ਦੂਜੇ ਦੀ ਫਸਲ ਦੀ ਵੀ ਰਿਸਪੈਕਟ ਕਰਦੇ ਆ। ਸਾਨੂੰ ਪਤਾ ਵੀ ਆਹ ਜੇ ਪਿਆਜ਼ ਆਇਆ ਤਾਂ ਨਾਗਪੁਰ ਤੋਂ ਆਇਆ, ਪਤਾ ਨਾ। ਜੇ ਆਲੂ ਆਇਆ ਤਾਂ ਹਰ ਏਰੀਆ ਦੀ ਆਪਦੀ ਖੂਬਸੂਰਤੀ ਹੈ, ਹਰ ਏਰੀਆ ਦੀ ਫਸਲ ਦੀ ਆਪਦੀ ਖੂਬਸੂਰਤੀ ਹੈ। ਆਪਾਂ ਕਹਿੰਦੇ ਅਸਾਮ ਕੀ ਚਾਏ ਕਿਉਂ ਕਹਿੰਦੇ ਆ, ਫਿਰ ਪੰਜਾਬ ਕੀ ਚਾਏ ਕਿਉਂ ਨਹੀਂ ਕਹਿੰਦੇ? ਪੀਂਦੇ ਤਾਂ ਪੰਜਾਬ ਵਾਲੇ ਵੱਧ ਨੇ। ਨਾਗਪੁਰ ਦਾ ਸੰਤਰਾ ਵੀ ਕਹਿੰਦੇ ਆ, ਨਾਗਪੁਰ ਦਾ ਸੰਤਰਾ। ਫਿਰ ਉਹ ਚੀਜ਼ਾਂ, ਕਾਨੂੰਨ ਵੀ ਉੱਥੇ ਬਣਨੇ ਚਾਹੀਦੇ ਨੇ। ਬਸ ਇੰਨੀ ਗੱਲ ਆ। ਜੇ ਆਪਾਂ ਆਮ ਬੰਦੇ ਨੂੰ, ਜੇ ਸਰਕਾਰ ਨੂੰ ਵੀ ਸਮਝਾਉਣਾ ਹੋਵੇ ਵੀ ਉਹ ਸਟੇਟ ਸਬਜੈਕਟ ਤਾਂ ਹੀ ਬਣਿਆ ਸੀ ਵੀ ਉਸ ਜਗ੍ਹਾ ਦਾ ਉਹ ਦੱਸਣਗੇ ਵੀ ਕੀ ਉਗਣਾ ਤੇ ਕੀ ਉੱਥੇ ਹੁਣ ਉਹਦੀ ਮਾਰਕੀਟਿੰਗ ਕਿਵੇਂ ਹੋਊਗੀ। ਛੋਟੀ ਛੋਟੀ ਸਟੇਟਸ ਨੂੰ ਇੰਨਾ ਹੱਕ ਰਹਿਣ ਦਿਓ, ਇੰਨਾ ਧੱਕਾ ਨਾ ਕਰੋ। ਟ੍ਰੇਡ ਕਰ ਲਓ, ਟ੍ਰੇਡ ਤੁਹਾਡੇ ਕੋਲ ਆ। ਹਾਂ, ਸੰਤਰਾ ਪੈਦਾ ਹੋ ਗਿਆ, ਉਦੋਂ ਬਾਅਦ ਤੁਸੀਂ ਕਰੋ, ਵੈਲਿਊ ਐਡਡ ਹੋ ਗਈ, ਆਟਾ ਬਣ ਗਿਆ, ਬਿਸਕੁਟ ਬਣ ਗਏ। ਹਾਂ, ਉਦੋਂ ਬਾਅਦ ਤੁਹਾਡਾ ਕਾਨੂੰਨ ਚੱਲੂਗਾ, ਜੋ ਲਿਖਿਆ ਹੋਇਆ ਕਾਨੂੰਨ 'ਚ ਆਪਾਂ ਮੰਨਦੇ ਹਾਂ। ਅਸੀਂ ਕਾਨੂੰਨ ਮੰਨਣ ਵਾਲੇ ਬੰਦੇ ਆ, ਸ਼ਾਂਤੀ ਨਾਲ ਰਹਿਣ ਵਾਲੇ ਬੰਦੇ ਆ। ਸਾਨੂੰ ਪ੍ਰਵੋਕ ਕਿਉਂ ਕਰ ਰਹੇ ਨੇ? ਰਾਹ ਲੱਭਣ ਗਏ ਆ 26 ਤਰੀਕ ਵਾਸਤੇ ਵੀ ਸਾਨੂੰ ਦੇ ਦਿਓ ਭਾਈ। ਅੱਜ ਸਵੇਰੇ ਮੀਟਿੰਗ ਚੱਲ ਰਹੀ ਆ, ਕਿਉਂ ਨਹੀਂ ਦੇ ਰਹੇ ਭਾਈ? ਸ਼ਾਂਤਮਈ ਰਹਿ ਰਹੇ। ਕੀ ਰਿਕਾਰਡ ਚਾਹੀਦਾ? ਕਿਹੜਾ ਐਜੀਟੇਸ਼ਨ ਇਦੋਂ ਵੱਡਾ ਵਾ? ਕਿਹਦਾ ਐਡਵੋਕੇਟ ਵੱਡਾ ਵਾ? ਧੰਨਵਾਦ ਜੀ ਗੱਲ ਕਰ ਲਈ। ਸੋ ਹਰਮੀਤ ਸਿੰਘ ਕਾਦੀਆਂ ਜੀ ਨੇ ਬੇहद ਅਹਿਮ ਗੱਲ ਕਹੀ ਹੈ ਕਿ ਹਰ ਸਟੇਟ ਦਾ ਆਪਣਾ ਮੈਟਰ ਹੈ, ਹਰ ਸਟੇਟ ਦੀਆਂ ਆਪਣੀਆਂ ਫਸਲਾਂ ਨੇ। ਸੋ ਹਰ ਫਸਲ ਦੀ ਆਪਣੀ ਖੂਬਸੂਰਤੀ ਸਟੇਟ ਦੇ ਹਿਸਾਬ ਨਾਲ ਹੈ। ਆਸਾਮ ਦੀ ਚਾਹ ਦੀ ਉਹਨਾਂ ਨੇ ਗੱਲ ਕੀਤੀ, ਨਾਗਪੁਰ ਦੇ ਸੰਤਰੇ ਦੀ ਗੱਲ ਕੀਤੀ। ਸੋ ਅਲੱਗ-ਅਲੱਗ ਫਸਲਾਂ ਜਦੋਂ ਅਲੱਗ-ਅਲੱਗ ਸਟੇਟ ਦੀਆਂ ਨੇ ਤਾਂ ਕਾਨੂੰਨ ਵੀ ਅਲੱਗ-ਅਲੱਗ ਸਟੇਟ ਦਾ ਅਲੱਗ-ਅਲੱਗ ਹੋ ਸਕਦਾ। ਔਰ ਵੱਡੀ ਗੱਲ ਕੀ ਹੈ ਕਿ ਜਿਸ ਸਮੇਂ ਇਹ ਸੰਵਿਧਾਨ ਬਣਾਇਆ ਗਿਆ ਸੀ ਤਾਂ ਉਸ ਸਮੇਂ ਇਸੇ ਲਈ ਇਹ ਬਣਾਇਆ ਗਿਆ ਸੀ ਕਿ ਜਿਹੜਾ ਖੇਤੀਬਾੜੀ ਆ ਉਸ ਨੂੰ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਰੱਖਿਆ ਗਿਆ ਸੀ ਕਿ ਇਸ ਚੀਜ਼ ਨੂੰ ਲੈ ਕੇ ਜੇਕਰ ਕੋਈ ਵੀ ਕਾਨੂੰਨ ਬਣੇਗਾ ਤਾਂ ਉਹ ਸਟੇਟ ਗਵਰਨਮੈਂਟ ਬਣਾਏਗੀ, ਨਾ ਕਿ ਸੈਂਟਰ ਗਵਰਨਮੈਂਟ, ਕਿਉਂਕਿ ਸੈਂਟਰ ਗਵਰਨਮੈਂਟ ਦਾ ਕੰਮ ਪੂਰੀ ਸੈਂਟਰ ਦੇ ਲਈ ਕਾਨੂੰਨ ਬਣਾਉਣਾ, ਪਰ ਰਾਜ ਸਰਕਾਰ ਦਾ ਅਧਿਕਾਰ ਖੇਤਰ ਕੇਵਲ ਤੇ ਕੇਵਲ ਰਾਜ ਤੱਕ ਹੀ ਰਹਿੰਦਾ ਹੈ। ਜੀ ਅੰਮ੍ਰਿਤ ਵੱਲੋਂ ਆਪਣਾ ਤਰਕ ਵੀ ਰੱਖਿਆ ਜਾ ਰਿਹਾ ਤੇ ਬੜੀ ਸ਼ਾਂਤੀ ਦੇ ਨਾਲ ਹੀ ਵੀ ਗੱਲ ਕਹੀ ਜਾ ਰਹੀ ਕਿ ਹੁਣ 2 ਮਹੀਨੇ ਤੱਕ ਜਿਸ ਤਰ੍ਹਾਂ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਰਹੇ ਹਾਂ ਉਸੇ ਤਰੀਕੇ ਦੇ ਨਾਲ ਅੱਗੇ ਵੀ ਚੱਲਾਂਗੇ ਤੇ ਇਸੇ ਲਈ ਪਰੇਡ ਦੀ ਇਜਾਜ਼ਤ ਦੇ ਦਿੱਤੀ ਜਾਵੇ। ਪਰ ਰੋਹਿਤ, ਜਿੱਥੇ ਮੀਟਿੰਗ ਹੈ ਉਹ ਸਾਫ਼ ਤੌਰ ਤੇ ਚਿਹਰੇ ਤੇ ਇਹਨਾਂ ਦੇ ਅਜੇ ਵੀ ਉਹ ਇੱਕ ਕਹਿ ਸਕਦੇ ਹਾਂ ਕਿ ਜਿਵੇਂ ਗੁਰਨਾਮ ਚੜੂਣੀ ਨੇ ਕਿਹਾ ਕਿ ਅਸੀਂ ਸਿਰਫ ਤਰੀਕ ਪੁਗਾਉਣ ਚੱਲੇ ਹਾਂ। ਕਿਸਾਨ ਵੀ ਸਮਝਦੇ ਨੇ ਕਿ ਅਜੇ ਵੀ ਉਦਾਂ ਦੀ ਗੱਲਬਾਤ ਹੋਵੇਗੀ। ਇਹਨਾਂ ਦੇ ਚਿਹਰਿਆਂ ਤੋਂ ਜਾਂ ਗੱਲਬਾਤ ਤੋਂ ਲੱਗ ਨਹੀਂ ਰਿਹਾ ਕਿ ਮਸਲੇ ਦੇ ਹੱਲ ਵੱਲ ਗੱਲਬਾਤ ਤੁਰੇਗੀ। ਜੀ ਬਿਲਕੁਲ ਅਮਰਤ, ਫਿਲਹਾਲ ਮੈਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਦਾ। ਤੁਸੀਂ ਤਸਵੀਰਾਂ ਜ਼ਰੀਏ ਦੇਖ ਸਕਦੇ ਹੋ ਕਿ ਜਿਹੜੀ ਬੱਸ ਤੁਹਾਨੂੰ ਟੀਵੀ ਸਕਰੀਨ ਤੇ ਨਜ਼ਰ ਆ ਰਹੀ ਹੈ ਔਰ ਉਸ ਦੇ ਪਿੱਛੇ ਜਿਹੜੀਆਂ ਦਿੱਲੀ ਪੁਲਿਸ ਦੀਆਂ ਜਿਪਸੀਆਂ ਆ ਰਹੀਆਂ ਨੇ ਉਹ ਇਸੇ ਬੱਸਾਂ ਨੂੰ ਗਾਈਡ ਕਰਕੇ ਅੱਗੇ ਚੱਲ ਰਹੀਆਂ ਨੇ। ਔਰ ਹਰ ਵਕਤ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਤਾਂ 2 ਬੱਸਾਂ ਦੇ ਜ਼ਰੀਏ ਜਿਹੜੇ ਕਿਸਾਨ ਆਗੂ ਨੇ ਉਹ ਜਾਂਦੇ ਨੇ ਔਰ ਜਿਹੜੀਆਂ ਇਸੇ ਤਰ੍ਹਾਂ ਦਿੱਲੀ ਪੁਲਿਸ ਦੀਆਂ ਜਿਪਸੀਆਂ ਨੇ ਉਹ ਗਾਈਡ ਕਰਕੇ ਜਾਂਦੀਆਂ ਨੇ। ਫਿਲਹਾਲ ਦਿੱਲੀ ਦੇ ਵਿੱਚ ਬੱਸ ਐਂਟਰ ਹੋ ਚੁੱਕੀ ਹੈ ਔਰ ਹੁਣ ਤੋਂ ਕੁਝ ਘੰਟੇ ਬਾਅਦ, ਕਰੀਬ 1 ਤੋਂ ਸਵਾ ਘੰਟੇ ਦੇ ਬਾਅਦ ਜਿਹੜੀ ਬੱਸ ਹੈਗੀ ਉਹ ਦਿੱਲੀ ਦੇ ਵਿਗਿਆਨ ਭਵਨ ਪਹੁੰਚ ਜਾਏਗੀ ਔਰ 2 ਵਜੇ ਮੀਟਿੰਗ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ। ਜੇਕਰ ਗੱਲ ਕਰੀਏ ਅੱਜ ਦੀ ਮੀਟਿੰਗ ਦੀ ਤਾਂ ਕਿਸਾਨ ਆਗੂ ਇੱਕ ਗੱਲ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਅਸੀਂ ਕਦੇ ਵੀ ਮੀਟਿੰਗ ਤੋਂ ਇਨਕਾਰ ਨਹੀਂ ਕੀਤਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਕੱਲ ਨੂੰ ਸਾਨੂੰ ਕਵੇ ਕਿ ਗੱਲਬਾਤ ਦਾ ਰਸਤਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਅਸੀਂ ਹਰ ਮੀਟਿੰਗ ਵਿੱਚ ਜਾਂਦੇ ਹਾਂ, ਪਰ ਸਾਨੂੰ ਇਸ ਮੀਟਿੰਗ ਤੋਂ ਕੋਈ ਉਮੀਦ ਨਹੀਂ। ਔਰ ਦੂਜੇ ਪਾਸੇ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਕੋਈ ਬੰਦਿਸ਼ ਨਹੀਂ ਲਗਾਈ ਇਸ ਚੀਜ਼ ਦੀ ਕਿ ਤੁਸੀਂ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੀ ਹੈ, ਬਲਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਜਾਂ ਕੋਈ ਗੱਲ ਐਡ ਆਨ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ। ਤੇ ਕਿਸਾਨ ਕਹਿੰਦੇ ਨੇ ਕਿ ਸਾਨੂੰ ਕਿਸੇ ਵੀ ਕਮੇਟੀ ਦੇ ਵਿਸ਼ਵਾਸ ਨਹੀਂ, ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਵੀ ਪਹਿਲਾਂ ਇੱਕ ਕਮੇਟੀ ਦਾ ਪ੍ਰਸਤਾਵ ਹੈ ਜਿਹੜਾ ਕਿਸਾਨਾਂ ਨੂੰ ਦਿੱਤਾ ਗਿਆ ਸੀ ਔਰ ਉਸ ਪ੍ਰਸਤਾਵ ਨੂੰ ਕਿਸਾਨਾਂ ਨੇ ਰੱਦ ਕਰਤਾ ਸੀ। ਤਾਂ ਇਸ ਕਰਕੇ ਜੇਕਰ ਪਹਿਲਾਂ ਸੈਂਟਰ ਦੀ ਕਮੇਟੀ ਨੂੰ ਰੱਦ ਕਰ ਦਿੱਤਾ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੀ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਔਰ ਅਸੀਂ ਕਿਸੇ ਵੀ ਤਰ੍ਹਾਂ ਦੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗੇ। ਜੀ ਅੰਮ੍ਰਿਤ। ਬਿਲਕੁਲ ਰੋਹਿਤ, ਫਿਲਹਾਲ ਸੁਪਰੀਮ ਕੋਰਟ ਦੀ ਕਮੇਟੀ ਦੇ ਵੱਲੋਂ ਵੀ ਕੱਲ ਕਿਹਾ ਗਿਆ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ
ਜੋ ਕਿਸਾਨ ਪੇਸ਼ ਹੋਣ, ਪਰ ਕਿਸਾਨ ਜਿਵੇਂ ਕਹਿ ਚੁੱਕੇ ਨੇ ਕਿ ਅਸੀਂ ਨਾਮਨਜ਼ੂਰ ਕਰ ਦਿੱਤਾ, ਯਾਨੀ ਕਿ ਕਿਸਾਨ ਉਸ ਕਮੇਟੀ ਦੇ ਸਾਹਮਣੇ ਕੱਲ ਪੇਸ਼ ਹੁੰਦੇ ਨਜ਼ਰ ਨਹੀਂ ਆ ਰਹੇ। ਤਾਂ ਫਿਲਹਾਲ ਰੋਹਿਤ ਲਗਾਤਾਰ ਨਜ਼ਰ ਬਣੀ ਹੋਈ ਹੈ, ਮਹਾ ਕਵਰੇਜ ਵੀ ਜਾਰੀ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।